ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਰਾਜਾ ਰੋਜ਼ ਰਾਤ ਵੇਲੇ ਭੇਸ ਬਦਲ ਕੇ ਸ਼ਹਿਰ ਦੀ ਗਸ਼ਤ ਕੀਤਾ ਕਰਦਾ ਸੀ ਅਤੇ ਉਹ ਲੋਕਾਂ ਦੇ ਦੁੱਖ ਦਲਿੱਦਰ ਜਾਣ ਕੇ ਉਹਨਾਂ ਦੀ ਲੋੜ ਅਨੁਸਾਰ ਮਦਦ ਕੀਤਾ ਕਰਦਾ ਸੀ। ਇੱਕ ਵਾਰ ਰਾਜਾ ਆਪਣੇ ਇੱਕ ਦਰਬਾਰੀ ਦੇ ਮਕਾਨ ਕੋਲੋਂ ਦੀ ਲੰਘ ਰਿਹਾ ਸੀ। ਵੇਲਾ ਅੱਧੀ ਰਾਤ ਦਾ ਸੀ। ਇੱਕ ਕਮਰੇ ਵਿੱਚ ਦੀਵੇ ਦੀ ਰੌਸ਼ਨੀ ਵਿੱਚ ਤਿੰਨ ਖੂਬਸੂਰਤ ਕੁੜੀਆਂ ਆਪੋ ਵਿੱਚ ਗੱਲਾਂ ਕਰਦੀਆਂ ਹੋਈਆਂ ਖਿੜਖਿੜਾ ਕੇ ਹੱਸ ਰਹੀਆਂ ਸਨ। ਰਾਜਾ ਖਿੜਕੀ ਦੇ ਓਹਲੇ ਖੜੋ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ। ਵੱਡੀ ਭੈਣ ਕਹਿਣ ਲੱਗੀ, ਮੈਨੂੰ ਤਾਂ ਖਾਣ ਪੀਣ ਦਾ ਬੜਾ ਚਸਕਾ ਏ। ਜੇ ਮੇਰਾ ਵਿਆਹ ਰਾਜੇ ਦੇ ਰਸੋਈਏ ਨਾਲ ਹੋ ਜਾਵੇ ਤਾਂ ਮੈਂ ਰੋਜ਼ ਵਧੀਆ ਖਾਣੇ ਖਾਇਆ ਕਰਾਂ। ਵਿਚਕਾਰਲੀ ਭੈਣ ਕਹਿਣ ਲੱਗੀ, ਮੈਨੂੰ ਤਾਂ ਸੈਰ ਸਪਾਟੇ ਦਾ ਬੜਾ ਸ਼ੌਂਕ ਹੈ। ਜੇ ਮੇਰਾ ਵਿਆਹ ਵਜ਼ੀਰ ਨਾਲ ਹੋ ਜਾਵੇ ਤਾਂ ਮੈਂ ਸਾਰੇ ਦੇਸ਼ ਵਿੱਚ ਖੂਬ ਘੁੰਮਾਂ ਫਿਰਾਂ। ਛੋਟੀ ਭੈਣ ਚੁੱਪ ਰਹੀ, ਸੋ ਦੋਹਾਂ ਭੈਣਾਂ ਨੇ ਉਹਦੇ ਦਿਲ ਦੀ ਰੀਝ ਪੁੱਛੀ। ਉਹ ਕਹਿਣ ਲੱਗੀ, ਜੇ ਰਾਜਾ ਮੇਰੇ ਨਾਲ ਵਿਆਹ ਕਰਵਾ ਲਵੇ ਤਾਂ ਮੈਂ ਉਸਨੂੰ ਬੜੇ ਸੋਹਣੇ ਸੋਹਣੇ ਅਤੇ ਅਕਲਮੰਦ ਬੱਚੇ ਜਨ ਕੇ ਦਿਆਂ। ਫਿਰ ਤਿੰਨੋਂ ਭੈਣਾਂ ਖਿੜਖਿੜਾ ਕੇ ਹੱਸ ਪਈਆਂ। ਰਾਜਾ ਚੁੱਪਚਾਪ ਸਾਰੀਆਂ ਗੱਲਾਂ ਸੁਣਦਾ ਰਿਹਾ। ਉਹਦੇ ਘਰ ਕੋਈ ਔਲਾਦ ਨਹੀਂ ਸੀ। ਉਹ ਤਿੰਨਾਂ ਕੁੜੀਆਂ ਦੀਆਂ ਗੱਲਾਂ ਸੋਚਦਾ ਵਿਚਾਰਦਾ ਹੋਇਆ ਮਹਿਲਾਂ ਵੱਲ ਤੁਰ ਪਿਆ। ਘਰ ਜਾ ਕੇ ਉਹ ਮੰਜੇ ਉੱਤੇ ਲੇਟ ਗਿਆ, ਪਰ ਉਸਨੂੰ ਨੀਂਦਰ ਨਾ ਆਈ। ਉਸਦਾ ਧਿਆਨ ਉਹਨਾਂ ਕੁੜੀਆਂ ਵੱਲ ਰਿਹਾ। ਅਖੀਰ ਉਸਨੇ ਤਿੰਨੋਂ ਕੁੜੀਆਂ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਦਾ ਫੈਸਲਾ ਕੀਤਾ। ਸਵੇਰੇ ਜਾਗਦੇ ਸਾਰ ਰਾਜੇ ਨੇ ਪਾਲਕੀ ਭੇਜ ਕੇ ਤਿੰਨਾਂ ਭੈਣਾਂ ਨੂੰ ਮਹਿਲ ਵਿੱਚ ਸਦਵਾ ਲਿਆ। ਉਹ ਤਿੰਨੋਂ ਬੜੀਆਂ ਹੈਰਾਨ ਸਨ। ਰਾਜੇ ਨੇ ਉਹਨਾਂ ਨੂੰ ਕੋਲ ਸੱਦ ਕੇ ਕਿਹਾ, ਅੱਜ ਰਾਤੀ ਮੈਂ ਤੁਸਾਂ ਤਿੰਨਾਂ ਭੈਣਾਂ ਦੀਆਂ ਗੱਲਾਂ ਸੁਣੀਆਂ ਸਨ। ਤੁਹਾਡੇ ਸੁਪਨੇ ਮੈਂ ਪੂਰੇ ਕਰ ਰਿਹਾ ਹਾਂ। ਵੱਡੀ ਭੈਣ ਦਾ ਵਿਆਹ ਰਸੋਈਏ ਨਾਲ, ਦਰਮਿਆਨੀ ਦਾ ਵਜ਼ੀਰ ਨਾਲ ਕਰ ਰਿਹਾ ਤੇ ਸਭ ਤੋਂ ਛੋਟੀ ਨੂੰ ਮੈਂ ਆਪਣੀ ਰਾਣੀ ਬਣਾ ਰਿਹਾ। ਫਿਰ ਤਿੰਨਾਂ ਭੈਣਾਂ ਦੇ ਵਿਆਹ ਬੜੀ ਧੂਮਧਾਮ ਨਾਲ ਹੋ ਗਏ। ਤਿੰਨੋਂ ਭਾਵੇਂ ਆਪੋ ਆਪਣੀ ਥਾਈਂ ਬੜੀਆਂ ਖੁਸ਼ ਸਨ, ਪਰ ਦੋਹਾਂ ਵੱਡੀਆਂ ਭੈਣਾਂ ਦੇ ਦਿਲਾਂ ਵਿੱਚ ਛੋਟੀ ਭੈਣ ਵਾਸਤੇ ਈਰਖਾ ਪੈਦਾ ਹੋ ਗਈ, ਕਿਉਂ ਜੋ ਦੇਸ਼ ਦੀ ਰਾਣੀ ਬਣ ਗਈ ਸੀ। ਸਾਲ ਸਮਾਂ ਲੰਘਣ ਮਗਰੋਂ ਛੋਟੀ ਭੈਣ ਜੋ ਰਾਣੀ ਸੀ ਦੇ ਘਰ ਬਾਲ ਬੱਚਾ ਹੋਣ ਵਾਲਾ ਸੀ। ਰਾਣੀ ਆਪਣੀਆਂ ਦੋਹਾਂ ਵੱਡੀਆਂ ਭੈਣਾਂ ਨਾਲ ਬੜਾ ਪਿਆਰ ਕਰਦੀ ਸੀ। ਉਹਨਾਂ ਸਦਕਾ ਹੀ ਉਸਨੂੰ ਰਾਣੀ ਬਣਨ ਦਾ ਮੌਕਾ ਮਿਲਿਆ ਸੀ। ਜੇ ਉਹ ਉਸ ਤੋਂ ਉਹਦੀ ਇੱਛਾ ਜ਼ੋਰ ਦੇ ਕੇ ਨਾ ਪੁੱਛਦੀਆਂ ਤਾਂ ਗੱਲ ਰਾਜੇ ਦੇ ਕੰਨਾਂ ਤੱਕ ਨਹੀਂ ਸੀ ਅੱਪੜਨੀ। ਸੋ ਰਾਣੀ ਨੇ ਰਾਜੇ ਨੂੰ ਕਿਹਾ ਕਿ ਜਨੇਪੇ ਵੇਲੇ ਉਸਦੇ ਕੋਲ ਉਸਦੀਆਂ ਦੋਹਾਂ ਭੈਣਾਂ ਤੋਂ ਸਿਵਾ ਹੋਰ ਕੋਈ ਨਾ ਹੋਵੇ, ਤਾਂ ਜੋ ਕੋਈ ਵੈਰੀ ਬੱਚੇ ਨੂੰ ਨੁਕਸਾਨ ਨਾਲ ਪਹੁੰਚਾ ਦੇਵੇ। ਦੋਵੇਂ ਭੈਣਾਂ ਖੁਸ਼ੀ ਖੁਸ਼ਾਈ ਸੇਵਾ ਲਈ ਰਜਾਮੰਦ ਹੋ ਗਈਆਂ। ਅੱਧੀ ਰਾਤ ਵੇਲੇ ਰਾਣੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਤੇਜ ਪ੍ਰਤਾਪ ਸੂਰਜ ਵਰਗਾ ਸੀ। ਦੋਹਾਂ ਵੱਡੀਆਂ ਭੈਣਾਂ ਨੇ ਦਾਈ ਨਾਲ ਸਾਜ਼ਿਸ਼ ਕਰਕੇ ਬੱਚੇ ਨੂੰ ਘੜੇ ਵਿੱਚ ਪਾ ਕੇ ਮਹਿਲਾਂ ਦੇ ਪਿਛਵਾੜੇ ਵਗਦੀ ਨਦੀ ਵਿੱਚ ਠੇਲ ਦਿੱਤਾ। ਫਿਰ ਉਹਨਾਂ ਨੇ ਭੈਣ ਦੇ ਅੱਗੇ ਇੱਕ ਕਤੂਰੇ ਨੂੰ ਲਟਾ ਦਿੱਤਾ। ਜਦੋਂ ਰਾਜੇ ਨੂੰ ਪਤਾ ਲੱਗਾ ਕਿ ਰਾਣੀ ਨੇ ਕਤੂਰੇ ਨੂੰ ਜਨਮ ਦਿੱਤਾ ਹੈ ਤਾਂ ਉਹ ਬੜਾ ਪਰੇਸ਼ਾਨ ਹੋਇਆ ਤੇ ਉਸਨੇ ਰਾਣੀ ਨੂੰ ਮਿਹਣੇ ਮਾਰਦਾ ਕਿਹਾ, ਤੂੰ ਤਾਂ ਕਹਿੰਦੀ ਸੈਂ ਕਿ ਮੈਂ ਲਾਲਾ ਵਰਗਾ ਪੁੱਤਰ ਜੰਮਾਂਗੀ, ਤੂੰ ਤਾਂ ਕਤੂਰਾ ਜੰਮ ਦਿੱਤਾ ਹੈ। ਰਾਣੀ ਨੇ ਹੌਂਕਾ ਭਰ ਕੇ ਕਿਹਾ, ਰੱਬ ਦਾ ਭਾਣਾ ਏ, ਮੈਂ ਕੀ ਕਰ ਸਕਦੀ ਹਾਂ। ਪਰ ਰਾਣੀ ਦਾ ਮਨ ਅੰਦਰੋਂ ਬੜਾ ਔਖਾ ਸੀ। ਅਗਲੇ ਸਾਲ ਫਿਰ ਰਾਣੀ ਨੂੰ ਗਰਭ ਠਹਿਰ ਗਿਆ। ਐਤਕੀ ਫਿਰ ਉਸਨੇ ਇੱਕ ਖੂਬਸੂਰਤ ਬੱਚੇ ਨੂੰ ਜਨਮ ਦਿੱਤਾ। ਦੋਹਾਂ ਭੈਣਾਂ ਨੇ ਐਤਕੀ ਫਿਰ ਦਾਈ ਨਾਲ ਰਲ ਕੇ ਰਾਣੀ ਭੈਣ ਦੇ ਅੱਗੇ ਬਿੱਲੀ ਦਾ ਬਲੂੰਗੜਾ ਲਿਟਾ ਦਿੱਤਾ ਤੇ ਉਸ ਬੱਚੇ ਨੂੰ ਵੀ ਘੜੇ ਵਿੱਚ ਪਾ ਕੇ ਦਰਿਆ ਵਿੱਚ ਰੋੜ ਦਿੱਤਾ। ਉਸ ਤੋਂ ਅਗਲੇ ਸਾਲ ਰਾਣੀ ਨੇ ਇੱਕ ਕੰਨਿਆ ਨੂੰ ਜਨਮ ਦਿੱਤਾ। ਐਤਕੀ ਵੀ ਦੋਹਾਂ ਭੈਣਾਂ ਨੇ ਉਸ ਬੱਚੇ ਨੂੰ ਜੰਮਦੇ ਸਾਰ ਘੜੇ ਵਿੱਚ ਪਾ ਕੇ ਦਰਿਆ ਵਿੱਚ ਰੋੜ ਦਿੱਤਾ ਤੇ ਛੋਟੀ ਭੈਣ ਦੇ ਅੱਗੇ ਮਿੱਟੀ ਦਾ ਕੋਈ ਖਿਡੌਣਾ ਰੱਖ ਦਿੱਤਾ। ਰਾਜੇ ਨੂੰ ਬੜਾ ਦੁੱਖ ਹੋਇਆ, ਪਰ ਉਹ ਸੋਚਦਾ ਕਿਸਮਤ ਅੱਗੇ ਕਿਸ ਦਾ ਜ਼ੋਰ ਹੈ। ਨਾਲੇ ਰਾਣੀ ਦਾ ਇਸ ਵਿੱਚ ਕੀ ਕਸੂਰ ਸੀ। ਇਹ ਤਾਂ ਰੱਬ ਦੇ ਰੰਗ ਸਨ। ਸੋ ਆਪਣੀ ਹੋਣੀ ਤੇ ਸਬਰ ਕਰਕੇ ਬੈਠ ਗਿਆ। ਪਰ ਲੋਕਾਂ ਵਿੱਚ ਛੋਟੀ ਰਾਣੀ ਬਾਰੇ ਭਾਂਤ-ਭਾਂਤ ਦੀਆਂ ਗੱਲਾਂ ਛਿੜ ਪਈਆਂ। ਕੋਈ ਆਖਦਾ ਰਾਣੀ ਚੁੜੇਲ ਹੈ, ਜੇ ਆਮ ਤੀਵੀਂ ਹੁੰਦੀ ਤਾਂ ਬਿੱਲੇ ਕਤੂਰੇ ਕਿਵੇਂ ਜੰਮਦੀ। ਕੋਈ ਕਹਿੰਦਾ ਇਹ ਤੀਵੀਂ ਨਹਿਸ਼ ਹੈ, ਮੁਲਕ ਨੂੰ ਲੈ ਕੇ ਡੁੱਬੇਗੀ, ਜਾਂ ਕਾਲ ਪੈ ਜਾਵੇਗਾ, ਜਾਂ ਫਿਰ ਹੜ੍ਹ ਆ ਜਾਣਗੇ, ਨਹੀਂ ਤਾਂ ਬਿਮਾਰੀ ਫੈਲ ਜਾਵੇਗੀ। ਲੋਕਾਂ ਦੀਆਂ ਅਜੀਬ ਗੱਲਾਂ ਸੁਣ ਕੇ ਰਾਜੇ ਦੇ ਦਿਲ ਵਿੱਚ ਰਾਣੀ ਵਾਸਤੇ ਨਫ਼ਰਤ ਪੈਦਾ ਹੋ ਗਈ ਅਤੇ ਅਖੀਰ ਕ੍ਰੋਧ ਵਿੱਚ ਆ ਕੇ ਉਸਨੇ ਰਾਣੀ ਦਾ ਸਿਰ ਮੁੰਨ ਕੇ ਅਤੇ ਮੂੰਹ ਕਾਲਾ ਕਰਕੇ ਉਸਨੂੰ ਖੋਤੇ ਉੱਤੇ ਬਿਠਾ ਦਿੱਤਾ ਅਤੇ ਬਾਹਰ ਜੰਗਲ ਵਿੱਚ ਛੱਡ ਆਇਆ। ਉੱਥੇ ਉਹ ਇੱਕ ਝੁੱਗੀ ਵਿੱਚ ਰਹਿਣ ਲੱਗੀ। ਰਾਜੇ ਦੇ ਮਹਿਲਾਂ ਦੇ ਪਿਛਵਾੜੇ ਤੋਂ ਜੋ ਨਦੀ ਵਗਦੀ ਸੀ, ਉਸਦੇ ਹਿਠਾਲ ਵੱਲ ਇੱਕ ਬ੍ਰਾਹਮਣ ਰਹਿੰਦਾ ਸੀ। ਇੱਕ ਦਿਨ ਬ੍ਰਾਹਮਣ ਸਰਗੀ ਵੇਲੇ ਇਸ਼ਨਾਨ ਕਰ ਰਿਹਾ ਸੀ ਕਿ ਉਸਨੇ ਰਿੜਦਾ ਹੋਇਆ ਇੱਕ ਘੜਾ ਵੇਖਿਆ, ਜਿਸ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਕੁਰਲਾਹਟ ਆ ਰਹੀ ਸੀ। ਬ੍ਰਾਹਮਣ ਦਰਿਆ ਵਿੱਚ ਕੁੱਦ ਪਿਆ ਤੇ ਤੈਰਦਾ ਹੋਇਆ ਘੜੇ ਨੂੰ ਫੜ ਕੇ ਬਾਹਰ ਕੱਢ ਲਿਆਇਆ। ਘੜੇ ਵਿੱਚ ਇੱਕ ਬੱਚੇ ਨੂੰ ਦੇਖ ਕੇ ਉਹ ਬੜਾ ਪ੍ਰਸੰਨ ਹੋਇਆ। ਉਸਨੇ ਉਹ ਬੱਚਾ ਘਰ ਜਾ ਕੇ ਆਪਣੀ ਪਤਨੀ ਦੀ ਗੋਦ ਵਿੱਚ ਜਾ ਪਾਇਆ। ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ,
ਇਸ ਲਈ ਦੋਵੇਂ ਬੜੀ ਖੁਸ਼ੀ ਨਾਲ ਬੱਚੇ ਨੂੰ ਪਾਲਣ ਲੱਗੇ। ਸਾਲ ਕੁ ਮਗਰੋਂ ਫਿਰ ਇੱਕ ਦਿਨ ਬ੍ਰਾਹਮਣ ਨਦੀ ਉੱਤੇ ਇਸ਼ਨਾਨ ਕਰ ਰਿਹਾ ਸੀ ਕਿ ਉਸਨੇ ਉਸੇ ਤਰ੍ਹਾਂ ਇੱਕ ਘੜਾ ਰੁੜਦਾ ਹੋਇਆ ਵੇਖਿਆ ਤੇ ਫੜ ਲਿਆ। ਉਸ ਵਿੱਚੋਂ ਪਹਿਲੇ ਬਾਲ ਨਾਲ ਮਿਲਦੀ ਜੁਲਦੀ ਸ਼ਕਲ ਦਾ ਇੱਕ ਬੱਚਾ ਨਿਕਲਿਆ। ਬ੍ਰਾਹਮਣ ਤਾੜ ਗਿਆ ਕਿ ਇਹ ਪਹਿਲੇ ਬੱਚੇ ਦਾ ਹੀ ਭਰਾ ਹੈ। ਉਸ ਤੋਂ ਅਗਲੇ ਵਰੇ ਉਸੇ ਤਰ੍ਹਾਂ ਦੀ ਹਾਲਤ ਵਿੱਚ ਬ੍ਰਾਹਮਣ ਨੂੰ ਇੱਕ ਕੰਨਿਆ ਰੁੜਦੀ ਹੋਈ ਮਿਲੀ। ਉਸਦੇ ਨੈਣ ਨਕਸ਼ ਵੀ ਪਹਿਲੇ ਦੋਹਾਂ ਬੱਚਿਆਂ ਵਰਗੇ ਸਨ, ਜਿਸ ਤੋਂ ਬ੍ਰਾਹਮਣ ਨੇ ਅੰਦਾਜ਼ਾ ਲਗਾ ਲਿਆ ਕਿ ਇਹ ਤਿੰਨੋਂ ਬੱਚੇ ਇੱਕੋ ਪਰਿਵਾਰ ਦੇ ਜੀ ਹਨ। ਬ੍ਰਾਹਮਣ ਕੋਲ ਕਾਫੀ ਸਾਰਾ ਧਨ ਦੌਲਤ ਸੀ। ਉਸਨੇ ਇਹਨਾਂ ਤਿੰਨਾਂ ਬੱਚਿਆਂ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ, ਉਹਨਾਂ ਦੀ ਹਰ ਗੱਲ ਮੰਨੀ ਅਤੇ ਕਦੇ ਉਹਨਾਂ ਨੂੰ ਅਹਿਸਾਸ ਨਾ ਹੋਣ ਦਿੱਤਾ ਕਿ ਉਹ ਉਹਦੇ ਆਪਣੇ ਸਕੇ ਬੱਚੇ ਨਹੀਂ। ਬ੍ਰਾਹਮਣ ਨੇ ਦੋਹਾਂ ਭਰਾਵਾਂ ਦਾ ਨਾਂ ਧਰਮ ਅਤੇ ਕਰਮ ਰੱਖਿਆ ਤੇ ਕੰਨਿਆ ਦਾ ਨਾਂ ਬੁੱਧਮਤੀ। ਬ੍ਰਾਹਮਣ ਦਾ ਤਾਂ ਬੱਚਿਆਂ ਵਿੱਚ ਇਤਨਾ ਮੋਹ ਸੀ ਕਿ ਉਹ ਇੱਕ ਪਲ ਲਈ ਵੀ ਵਿਸਾਹ ਨਹੀਂ ਸੀ ਖਾਂਦੀ। ਬ੍ਰਾਹਮਣੀ ਦਾ ਤਾਂ ਬੱਚਿਆਂ ਵਿੱਚ ਇਤਨਾ ਮੋਹ ਸੀ ਕਿ ਉਹ ਇੱਕ ਪਲ ਲਈ ਵੀ ਵਿਸਾਹ ਨਹੀਂ ਸੀ ਖਾਂਦੀ। ਉਹ ਤਿੰਨੋਂ ਬੱਚੇ ਹੌਲੇ-ਹੌਲੇ ਵੱਡੇ ਹੋਣ ਲੱਗੇ। ਉਹਨਾਂ ਤਿੰਨਾਂ ਦਾ ਆਪੋ ਵਿੱਚ ਬੜਾ ਸਨੇਹ ਸੀ। ਉਹ ਇੱਕ ਦੂਜੇ ਨੂੰ ਵੇਖੇ ਬਿਨਾਂ ਜੀ ਨਹੀਂ ਸੀ ਸਕਦੇ। ਪੰਡਤ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਵਿੱਦਿਆ ਦਿੱਤੀ, ਸੋ ਬੱਚੇ ਬੜੇ ਹੋਣਹਾਰ ਨਿਕਲ ਆਏ। ਕੁਝ ਦਿਨਾਂ ਬਾਅਦ ਬ੍ਰਾਹਮਣ ਦੀ ਮੌਤ ਹੋ ਗਈ ਅਤੇ ਕੁਝ ਦਿਨ ਪਿੱਛੋਂ ਉਸਦੀ ਪਤਨੀ ਵੀ ਬਿਮਾਰ ਰਹਿ ਕੇ ਮਰ ਗਈ। ਇੱਕ ਵਾਰ ਉਸ ਦੇਸ਼ ਦਾ ਰਾਜਾ ਹਿਰਨ ਦਾ ਸ਼ਿਕਾਰ ਖੇਡਦਾ ਹੋਇਆ ਆਪਣੇ ਸਾਥੀਆਂ ਤੋਂ ਨਿਖੜ ਗਿਆ। ਡੂੰਘੀਆਂ ਤਿਰਕਾਲਾਂ ਤੱਕ ਉਹ ਜੰਗਲ ਵਿੱਚ ਭਟਕਦਾ ਰਿਹਾ, ਪਰ ਉਸਨੂੰ ਕਿਧਰੇ ਵੀ ਰਸਤਾ ਨਾ ਲੱਭਾ। ਉਸਨੇ ਜੰਗਲ ਵਿੱਚ ਦੂਰ ਇੱਕ ਥਾਂ ਦੀਵਾ ਬਲਦਾ ਹੋਇਆ ਵੇਖਿਆ। ਦੀਵੇ ਦੀ ਜੋਤ ਦੀ ਸੇਧ ਵਿੱਚ ਉਹ ਤੁਰਦਾ ਹੋਇਆ ਅਖੀਰ ਇੱਕ ਕੁਟੀਆ ਅੱਗੇ ਜਾ ਪੁੱਜਾ। ਰਾਜਾ ਭੁੱਖ ਅਤੇ ਪਿਆਸ ਨਾਲ ਪਰੇਸ਼ਾਨ ਸੀ। ਉਸਨੇ ਪਾਣੀ ਮੰਗਿਆ। ਇੱਕ ਭਰਾ ਨੇ ਪਾਣੀ ਦਾ ਗਲਾਸ ਲਿਆ ਦਿੱਤਾ। ਭੈਣ ਨੇ ਰਾਜੇ ਨੂੰ ਥਾਲੀ ਵਿੱਚ ਰੋਟੀ ਪਾ ਕੇ ਖਾਣ ਲਈ ਦਿੱਤੀ। ਫਿਰ ਛੋਟੇ ਭਰਾ ਨੇ ਰਾਜੇ ਨੂੰ ਮੰਜੀ ਵਿਛਾ ਕੇ ਆਰਾਮ ਕਰਨ ਲਈ ਕਿਹਾ। ਮੰਜੀ ਉੱਤੇ ਲੰਮਾ ਪੈ ਕੇ ਰਾਜਾ ਉਹਨਾਂ ਨਾਲ ਗੱਲੀ ਰੁੱਝ ਗਿਆ। ਤੁਸੀਂ ਕੌਣ ਹੋ? ਇੱਥੇ ਜੰਗਲ ਵਿੱਚ ਇਕੱਲੇ ਕਿਵੇਂ ਰਹਿੰਦੇ ਹੋ? ਵੱਡੇ ਭਰਾ ਨੇ ਦੱਸਿਆ, ਅਸੀਂ ਬ੍ਰਾਹਮਣ ਹਾਂ, ਸਾਡੇ ਮਾਪੇ ਮਰ ਚੁੱਕੇ ਨੇ। ਸਾਡੇ ਮਾਪੇ ਕਈ ਸਾਲਾਂ ਤੋਂ ਇੱਥੇ ਹੀ ਰਹਿੰਦੇ ਸਨ। ਉਹਨਾਂ ਨੂੰ ਭਗਤੀ ਲਈ ਇਹ ਇਕਾਂਤ ਥਾਂ ਬੜੀ ਪਸੰਦ ਸੀ। ਤੁਸੀਂ ਸ਼ਹਿਰ ਚੱਲੋ, ਮੈਂ ਤੁਹਾਨੂੰ ਆਪਣੇ ਦਰਬਾਰ ਵਿੱਚ ਨੌਕਰੀ ਦਿਵਾ ਦਿਆਂਗਾ। ਰਾਜੇ ਨੂੰ ਉਹ ਬੱਚੇ ਬੜੇ ਪਿਆਰੇ ਤੇ ਹੋਣਹਾਰ ਲੱਗੇ। ਪਰ ਸਾਡੇ ਪਿਤਾ ਜੀ ਨੇ ਕਿਹਾ ਸੀ ਤੁਸਾਂ ਸ਼ਹਿਰ ਕਦੇ ਨਹੀਂ ਜਾਣਾ, ਭਾਵੇਂ ਕਿਤਨੀ ਵੀ ਮਜਬੂਰੀ ਹੋਵੇ। ਕਿਉਂ? ਇਹ ਤਾਂ ਨਹੀਂ ਪਤਾ, ਪਰ ਅਸੀਂ ਆਪਣੇ ਪਿਓ ਦਾ ਹੁਕਮ ਨਹੀਂ ਟਾਲ ਸਕਦੇ। ਜਦੋਂ ਸਵੇਰੇ ਰਾਜਾ ਜਾਣ ਲੱਗਾ ਤਾਂ ਉਸਨੇ ਤਿੰਨਾਂ ਬੱਚਿਆਂ ਨਾਲ ਪਿਆਰ ਕਰਦੇ ਹੋਏ ਕਿਹਾ, ਬੱਚਿਓ, ਮੈਂ ਇਸ ਦੇਸ਼ ਦਾ ਰਾਜਾ ਹਾਂ। ਸ਼ਿਕਾਰ ਖੇਡਦਾ ਹੋਇਆ ਰਸਤਾ ਭੁੱਲ ਗਿਆ ਸਾਂ। ਮੈਂ ਹੁਣ ਚੱਲਦਾ ਹਾਂ। ਜਦੋਂ ਤੁਹਾਨੂੰ ਮੇਰੀ ਲੋੜ ਪਵੇ ਮੇਰੇ ਕੋਲ ਆ ਜਾਣਾ, ਮੈਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ। ਜਾਣ ਵੇਲੇ ਰਾਜਾ ਉਹਨਾਂ ਨੂੰ ਕਾਫੀ ਸਾਰਾ ਧਨ ਦੇ ਗਿਆ। ਜਦੋਂ ਰਾਜਾ ਚਲਾ ਗਿਆ ਤਾਂ ਬੁੱਧਮਤੀ ਨੇ ਆਪਣੇ ਭਰਾਵਾਂ ਤੋਂ ਪੁੱਛਿਆ, ਰਾਜਾ ਕਿੱਥੇ ਰਹਿੰਦਾ ਹੈ? ਰਾਜਾ ਵੱਡੇ ਮਹਿਲਾਂ ਵਿੱਚ ਰਹਿੰਦਾ ਏ। ਉਸਦੇ ਮਹਿਲ ਦੇ ਚੁਫੇਰੇ ਵੱਡੇ ਵੱਡੇ ਬਾਗ ਬਗੀਚੇ ਹੁੰਦੇ ਨੇ। ਵੱਡੇ ਭਰਾ ਨੇ ਸਮਝਾਇਆ, ਮੈਂ ਵੀ ਮਹਿਲਾਂ ਵਿੱਚ ਰਹਿਣਾ ਚਾਹੁੰਦੀ ਹਾਂ। ਤੁਸੀਂ ਮੇਰੇ ਵਾਸਤੇ ਵੀ ਉਹ ਜਿਹਾ ਮਹਿਲ ਬਣਾ ਦਿਓ। ਬੁੱਧਮਤੀ ਕਹਿਣ ਲੱਗੀ। ਬ੍ਰਾਹਮਣ ਤਿੰਨਾਂ ਬੱਚਿਆਂ ਲਈ ਕਾਫੀ ਧਨ ਛੱਡ ਗਿਆ ਸੀ। ਇਸ ਦੇ ਇਲਾਵਾ ਰਾਜੇ ਨੇ ਵੀ ਵਾਪਸ ਜਾ ਕੇ ਆਪਣੇ ਇੱਕ ਦੂਤ ਹੱਥ ਸੋਨੇ ਦੀਆਂ ਢੇਰ ਸਾਰੀਆਂ ਮੋਹਰਾਂ ਬੱਚਿਆਂ ਵਾਸਤੇ ਭਿਜਵਾ ਦਿੱਤੀਆਂ ਸਨ। ਇਸ ਲਈ ਇਹਨਾਂ ਬੱਚਿਆਂ ਨੂੰ ਧਨ ਦਾ ਕੋਈ ਘਾਟਾ ਨਹੀਂ ਸੀ। ਧਰਮ ਤੇ ਕਰਮ ਨੇ ਬੁੱਧਮਤੀ ਦੀ ਗੱਲ ਮੰਨ ਲਈ। ਉਥੋਂ ਥੋੜੀ ਦੂਰ ਇੱਕ ਵਧੀਆ ਥਾਂ ਚੁਣ ਕੇ ਉਹਨਾਂ ਨੇ ਦਰਿਆ ਦੇ ਕੰਢੇ ਇੱਕ ਖੂਬਸੂਰਤ ਮਹਿਲ ਬਣਵਾਇਆ। ਮਹਿਲ ਦੇ ਚਾਰ ਚੁਫੇਰੇ ਬੜੇ ਸੁੰਦਰ ਬਗੀਚੇ ਬਣਾਏ ਗਏ। ਫਿਰ ਦੁਨੀਆ ਭਰ ਦੀਆਂ ਕੀਮਤੀ ਅਤੇ ਖੂਬਸੂਰਤ ਚੀਜ਼ਾਂ ਲਿਆ ਕੇ ਮਹਿਲ ਨੂੰ ਸ਼ਿੰਗਾਰਿਆ ਗਿਆ। ਵੇਖਣ ਵਿੱਚ ਉਹ ਮਹਿਲ ਰਾਜੇ ਦੇ ਮਹਿਲ ਨਾਲੋਂ ਵੀ ਵੱਧ ਖੂਬਸੂਰਤ ਲੱਗਦਾ ਸੀ। ਉਸ ਮਹਿਲ ਵਿੱਚ ਤਿੰਨੋਂ ਭੈਣ ਭਰਾ ਬੜੀ ਸ਼ਾਨ ਸ਼ੌਕਤ ਨਾਲ ਰਹਿਣ ਲੱਗੇ। ਰਾਜਿਆਂ ਵਾਂਗ ਹੀ ਉਹਨਾਂ ਨੇ ਹਾਥੀ ਘੋੜੇ ਤੇ ਨੌਕਰ ਚਾਕਰ ਰੱਖ ਲਏ। ਇੱਕ ਵਾਰ ਇੱਕ ਜੋਗੀ ਉਸ ਮਹਿਲਾਂ ਦੇ ਕੋਲੋਂ ਦੀ ਲੰਘਿਆ। ਜੰਗਲ ਵਿੱਚ ਇੱਕ ਖੂਬਸੂਰਤ ਮਹਿਲ ਵੇਖ ਕੇ ਉਹ ਹੈਰਾਨ ਰਹਿ ਗਿਆ। ਉਸਨੇ ਦਰਬਾਨਾਂ ਤੋਂ ਪੁੱਛਿਆ ਕਿ ਇਹ ਮਹਿਲ ਕਿਸ ਭਾਗਵਾਨ ਦਾ ਹੈ। ਮੈਂ ਉਸਦੇ ਦਰਸ਼ਨ ਕਰਕੇ ਉਸਨੂੰ ਆਸ਼ੀਰਵਾਦ ਦੇਣਾ ਚਾਹੁੰਦਾ ਹਾਂ। ਦਰਬਾਨ ਉਸ ਜੋਗੀ ਨੂੰ ਤਿੰਨਾਂ ਭੈਣ ਭਰਾਵਾਂ ਕੋਲ ਲੈ ਗਿਆ। ਜੋਗੀ ਕਾਫੀ ਦੇਰ ਤੱਕ ਉਹਨਾਂ ਨਾਲ ਗੱਲੀ ਬਾਤੀ ਰੁੱਝਾ ਰਿਹਾ। ਉਸਨੇ ਮਹਿਲ ਦੀ ਹਰੇਕ ਚੀਜ਼ ਦੀ ਸਿਫਤ ਕੀਤੀ। ਉਸਨੇ ਤਿੰਨਾਂ ਬੱਚਿਆਂ ਨੂੰ ਵਧਨ ਫੁੱਲਣ ਦੀਆਂ ਅਸੀਸਾਂ ਦਿੱਤੀਆਂ। ਜਦੋਂ ਯੋਗੀ ਜਾਣ ਲੱਗਾ ਤਾਂ ਬੁੱਧਮਤੀ ਨੇ ਕਿਹਾ, ਇਸ ਮਹਿਲ ਵਿੱਚ ਜੇ ਕਿਸੇ ਚੀਜ਼ ਦਾ ਘਾਟਾ ਹੋਵੇ ਤਾਂ ਉਹ ਦੱਸ ਦੇਵੇ, ਅਸੀਂ ਉਹ ਮੰਗਵਾ ਲਵਾਂਗੇ। ਵੈਸੇ ਤਾਂ ਇਹ ਬਹੁਤ ਖੂਬਸੂਰਤ ਹੈ, ਪਰ ਜੇ ਜ਼ਰੂਰ ਹੀ ਪੁੱਛਦਾ ਹੈ ਤਾਂ ਇਸ ਮਹਿਲ ਵਿੱਚ ਕੇਵਲ 3 ਚੀਜ਼ਾਂ ਦੀ ਥੋੜ ਹੈ, ਸੋਨੇ ਦੀ ਚਿੜੀ, ਚਾਂਦੀ ਦਾ ਦਰਖਤ ਅਤੇ ਮੋਤੀਆਂ ਦਾ ਝਰਨਾ। ਜੇ ਇਹ ਤਿੰਨੋਂ ਚੀਜ਼ਾਂ ਇੱਥੇ ਆ ਜਾਣ ਤਾਂ ਇਹ ਮਹਿਲ ਸਵਰਗ ਲੋਕ ਨੂੰ ਵੀ ਮਾਤ ਪਾ ਦੇਵੇਗਾ, ਜੋਗੀ ਨੇ ਕਿਹਾ। ਪਰ ਇਹ ਚੀਜ਼ਾਂ ਕਿੱਥੋਂ ਮਿਲਣਗੀਆਂ? ਬੁੱਧਮਤੀ ਨੇ ਪੁੱਛਿਆ। ਹਿਮਾਲਿਆ ਇੱਕ ਮਾਇਆ ਸਰੋਵਰ ਹੈ। ਉੱਥੇ ਨਦੀ ਦੇ ਕੰਢੇ ਇੱਕ ਅਲੌਕਿਕ ਮਹਿਲ ਵਿੱਚ ਇਹ ਸਭ ਚੀਜ਼ਾਂ ਮੌਜੂਦ ਹਨ। ਜੋਗੀ ਨੇ ਸਾਰਾ ਰਹੱਸ ਖੋਲ੍ਹਿਆ ਤੇ ਕਈ ਹੋਰ ਗੱਲਾਂ ਸਮਝਾ ਕੇ ਉੱਥੋਂ ਚਲਾ ਗਿਆ। ਜੋਗੀ ਦੇ ਚਲੇ ਜਾਣ ਤੋਂ ਬਾਅਦ ਧਰਮ, ਕਰਮ ਅਤੇ ਬੁੱਧਮਤੀ ਆਪੋ ਵਿੱਚ ਵਿਚਾਰ ਕਰਨ ਲੱਗੇ ਕਿ ਕਿਵੇਂ ਉਹ 3 ਅਜੀਬ ਚੀਜ਼ਾਂ ਨੂੰ ਪ੍ਰਾਪਤ ਕੀਤਾ ਜਾਵੇ। ਧਰਮ ਕਹਿਣ ਲੱਗਾ, ਮਾਇਆ ਸਰੋਵਰ ਉੱਤੇ ਜਾ ਕੇ ਮੈਂ ਉਹਨਾਂ ਸਭ ਚੀਜ਼ਾਂ ਨੂੰ ਲੈ ਆਉਂਦਾ ਹਾਂ, ਤੁਸੀਂ ਮੇਰੀ ਚਿੰਤਾ ਨਾ ਕਰਨਾ। ਬੁੱਧਮਤੀ ਨੇ ਧਰਮ ਨੂੰ ਬੜਾ ਵਰਜਿਆ, ਪਰ ਉਸਨੇ ਇੱਕ ਨਾ ਸੁਣੀ।
ਜਾਣ ਵੇਲੇ ਧਰਮ ਨੇ ਬੁੱਧਮਤੀ ਨੂੰ ਤਲਵਾਰ ਫੜਾਉਂਦੇ ਹੋਏ ਕਿਹਾ ਕਿ ਇਹ ਤਲਵਾਰ ਮੇਰੀ ਜਿੰਦ ਪ੍ਰਾਣ ਹੈ, ਜੇ ਮੈਂ ਮਰ ਗਿਆ ਤੇ ਇਸ ਤਲਵਾਰ ਨੂੰ ਜੰਗ ਲੱਗ ਜਾਵੇਗਾ। ਫਿਰ ਧਰਮ ਘੋੜੇ ਉੱਤੇ ਸਵਾਰ ਹੋ ਕੇ ਹਿਮਾਲਿਆ ਪਰਬਤ ਵੱਲ ਤੁਰ ਪਿਆ। ਦਿਨ ਲੰਘਦੇ ਗਏ ਤੇ ਹੌਲੇ-ਹੌਲੇ ਮਹੀਨੇ ਬਣਦੇ ਗਏ। ਬੁੱਧਮਤੀ ਹਰ ਰੋਜ਼ ਸਵੇਰੇ ਜਾ ਕੇ ਤਲਵਾਰ ਵੇਖਦੀ। ਉਹ ਹਮੇਸ਼ਾ ਲਿਸ਼ਕਦੀ ਵਿਖਾਈ ਦਿੰਦੀ, ਜਿਸ ਕਰਕੇ ਉਸ ਨੂੰ ਭਰਾ ਦੀ ਸਲਾਮਤੀ ਬਾਰੇ ਤਸੱਲੀ ਰਹਿੰਦੀ। ਧਰਮ ਕਈ ਜੰਗਲਾਂ ਅਤੇ ਪਹਾੜਾਂ ਵਿੱਚੋਂ ਲੰਘਦਾ ਹੋਇਆ ਅਖੀਰ ਮਾਇਆ ਸਰੋਵਰ ਪਹੁੰਚਿਆ। ਉੱਥੇ ਇੱਕ ਸਰੋਵਰ ਦੇ ਕੰਢੇ ਉਸਨੇ ਖੂਬਸੂਰਤ ਮਹਿਲ ਵੇਖਿਆ ਜੋ ਹੀਰੇ ਤੇ ਪੰਨਿਆਂ ਨਾਲ ਜੜਿਆ ਹੋਇਆ ਸੀ। ਉਸਦੇ ਆਸ-ਪਾਸ ਬੜੇ ਸੁੰਦਰ ਬਗੀਚੇ ਸਨ। ਉੱਥੇ ਕੋਈ ਜੀਵ ਜੰਤੂ ਵਿਖਾਈ ਨਹੀਂ ਸੀ ਦਿੰਦਾ, ਪਰ ਇੱਕ ਮਧੁਰ ਧੁਨੀ ਹਵਾ ਵਿੱਚ ਗੂੰਜ ਰਹੀ ਸੀ ਜੋ ਮਨ ਨੂੰ ਟੁੰਬਦੀ ਸੀ। ਮਹਿਲ ਵਿੱਚ ਜਾਣ ਲਈ ਬੜੀਆਂ ਖੂਬਸੂਰਤ ਪੌੜੀਆਂ ਸਨ, ਜਿਨ੍ਹਾਂ ਨੂੰ ਧਰਮ ਇੱਕ-ਇੱਕ ਕਰਕੇ ਚੜ੍ਹਨ ਲੱਗਾ। ਜਦੋਂ ਧਰਮ 2-4 ਪੌੜੀਆਂ ਚੜ੍ਹ ਗਿਆ ਤਾਂ ਉਸਨੂੰ ਪਿੱਛੋਂ ਆਵਾਜ਼ਾਂ ਆਉਣ ਲੱਗੀਆਂ, ਧਰਮ ਠਹਿਰ ਜਾ, ਅੱਗੇ ਨਾ ਜਾਈਂ। ਜੋਗੀ ਨੇ ਧਰਮ ਨੂੰ ਸਮਝਾਇਆ ਸੀ ਕਿ ਜਦੋਂ ਮਾਇਆ ਸਰੋਵਰ ਉੱਤੇ ਪੁੱਜ ਜਾਵੇ ਤਾਂ ਫਿਰ ਮੰਜ਼ਲ ਤੇ ਪਹੁੰਚੇ ਬਗੈਰ ਕਦੇ ਭੁੱਲ ਭੁਲੇਖੇ ਵੀ ਪਿੱਛੇ ਵੱਲ ਨਾ ਵੇਖੇ, ਖਾਸ ਤੌਰ ਤੇ ਉਦੋਂ ਜਦੋਂ ਉਸਨੂੰ ਆਵਾਜ਼ਾਂ ਪੈ ਰਹੀਆਂ ਹੋਣ। ਜੇ ਉਸਨੇ ਪਰਤ ਕੇ ਵੇਖ ਲਿਆ ਤਾਂ ਉਹਦੀ ਸਾਰੀ ਸਾਧਨਾ ਬੇਕਾਰ ਹੋ ਜਾਵੇਗੀ। ਸੋ ਧਰਮ ਆਵਾਜ਼ਾਂ ਤੋਂ ਬੇਪਰਵਾਹ ਪੌੜੀਆਂ ਚੜ੍ਹਦਾ ਗਿਆ, ਪਰ ਫਿਰ ਉਸਦੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਧਰਮ ਬੇਟੇ, ਮੈਂ ਇੱਥੇ ਹਾਂ, ਤੇਰੇ ਪਿੱਛੇ ਵੇਖ ਲੈ। ਇਹ ਆਵਾਜ਼ ਤਾਂ ਉਸਨੇ ਲੈਪਾਲਕ ਬ੍ਰਾਹਮਣ ਦੀ ਸੀ, ਸੋ ਪਿੱਛੇ ਪਰਤ ਕੇ ਵੇਖੇ ਬਗੈਰ ਰਹਿ ਨਾ ਸਕਿਆ। ਪਿੱਛੇ ਵੇਖਣ ਦੀ ਢਿੱਲ ਸੀ ਕਿ ਧਰਮ ਉੱਤੇ ਪਲ ਪੱਥਰ ਬਣ ਗਿਆ। ਅਗਲੇ ਦਿਨ ਸਵੇਰੇ ਜਾਗਦੇ ਸਰ ਭੈਣ ਨੇ ਜਦੋਂ ਤਲਵਾਰ ਵੇਖੀ ਤਾਂ ਉਸਨੂੰ ਜੰਗ ਲੱਗਾ ਹੋਇਆ ਸੀ। ਬੁੱਧਮਤੀ ਬੜੀ ਦੁਖੀ ਹੋਈ, ਪਰ ਕਰਮ ਨੇ ਉਸਨੂੰ ਦਿਲਾਸਾ ਦਿੰਦਿਆਂ ਕਿਹਾ, ਹੋ ਸਕਦਾ ਹੈ ਸਾਡਾ ਭਰਾ ਕਿਸੇ ਜੰਗਲ ਵਿੱਚ ਭਟਕਦਾ ਫਿਰਦਾ ਹੋਵੇ ਅਤੇ ਕਿਸੇ ਵੱਡੀ ਮੁਸੀਬਤ ਵਿੱਚ ਫਸ ਗਿਆ ਹੋਵੇ। ਮੈਂ ਜਾ ਕੇ ਉਸਨੂੰ ਢੂੰਡਦਾ ਹਾਂ। ਜੋ ਮਰ ਵੀ ਗਿਆ ਹੋਇਆ ਤਾਂ ਵੀ ਮੈਂ ਅੰਮ੍ਰਿਤ ਸਰੋਵਰ ਦੇ ਸੰਜੀਵਨੀ ਜਲ ਨਾਲ ਉਸਨੂੰ ਮੁੜ ਜਿੰਦਾ ਕਰ ਲਾਂਗਾ, ਤੂੰ ਚਿੰਤਾ ਨਾ ਕਰ। ਫਿਰ ਕਰਮ ਨੇ ਭੈਣ ਨੂੰ ਇੱਕ ਤੀਰ ਕਮਾਨ ਦਿੰਦਿਆਂ ਕਿਹਾ, ਇਸ ਤੀਰ ਕਮਾਨ ਵਿੱਚ ਮੇਰੀ ਜਿੰਦ ਜਾਨ ਹੈ, ਜੇ ਮੈਂ ਮਰ ਗਿਆ ਤਾਂ ਇਹ ਕਮਾਨ ਟੁੱਟ ਜਾਵੇਗੀ। ਕਰਮ ਘੋੜੇ ਉੱਤੇ ਸਵਾਰ ਹੋ ਕੇ ਮਾਇਆ ਸਰੋਵਰ ਵੱਲ ਤੁਰ ਪਿਆ। ਰਸਤੇ ਵਿੱਚ ਉਹ ਆਪਣੇ ਵੱਡੇ ਭਰਾ ਧਰਮ ਬਾਰੇ ਪੁੱਛਗਿੱਛ ਕਰਦਾ ਰਿਹਾ। ਉਸਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਉਸੇ ਦੀ ਸ਼ਕਲ ਦਾ ਇੱਕ ਘੋੜਸਵਾਰ ਇਧਰੋਂ ਦੀ ਪਹਿਲਾਂ ਵੀ ਲੰਘਿਆ ਸੀ। ਅਖੀਰ ਕਰਮ ਕਈ ਤਕਲੀਫਾਂ ਝਾਕਦਾ ਹੋਇਆ ਮਾਇਆ ਸਰੋਵਰ ਜਾ ਪੁੱਜਾ। ਸਾਰੇ ਵਾਤਾਵਰਨ ਵਿੱਚ ਮਧੁਰ ਸੰਗੀਤ ਘੁਲਿਆ ਹੋਇਆ ਸੀ। ਜਾਪਦਾ ਸੀ ਕਿ ਮਹਿਲ ਦੇ ਅੰਦਰ ਪਰੀਆਂ ਨੱਚ ਅਤੇ ਗਾ ਰਹੀਆਂ ਸਨ। ਜਿਵੇਂ ਹੀ ਕਰਮ ਪੌੜੀਆਂ ਚੜ੍ਹਨ ਲੱਗਾ, ਉਸਨੂੰ ਪਿਛਲੇ ਪਾਸੇ ਤੋਂ ਆਵਾਜ਼ਾਂ ਆਉਣ ਲੱਗੀਆਂ, ਪਰ ਕਰਮ ਨੂੰ ਜੋਗੀ ਦੀ ਨਸੀਹਤ ਯਾਦ ਆ ਗਈ ਤੇ ਉਸਨੇ ਪਿੱਛੇ ਵੱਲ ਪਰਤ ਕੇ ਨਾ ਵੇਖਿਆ। ਉਹ ਤੇਜ਼ੀ ਨਾਲ ਪੌੜੀਆਂ ਚੜ੍ਹਦਾ ਗਿਆ। ਅਚਾਨਕ ਉਸਨੂੰ ਕੋਈ ਜਾਣੀ ਪਛਾਣੀ ਆਵਾਜ਼ ਸੁਣਾਈ ਦਿੱਤੀ, ਕਰਮ ਠਹਿਰ ਜਾ, ਮੈਂ ਧਰਮ ਹਾਂ, ਇੱਧਰ ਵੇਖ। ਇਹ ਆਵਾਜ਼ ਉਸਦੇ ਭਰਾ ਧਰਮ ਦੀ ਆਵਾਜ਼ ਨਾਲ ਇਤਨੀ ਮਿਲਦੀ ਸੀ ਕਿ ਕਰਮ ਪਿੱਛੇ ਵੇਖਣ ਉੱਤੇ ਮਜਬੂਰ ਹੋ ਗਿਆ ਅਤੇ ਉਸੇ ਵੇਲੇ ਪੱਥਰ ਬਣ ਗਿਆ। ਅਗਲੇ ਦਿਨ ਸਵੇਰੇ ਬੁੱਧਮਤੀ ਨੇ ਵੇਖਿਆ ਕਿ ਤੀਰ ਕਮਾਨ ਟੁੱਟਿਆ ਪਿਆ ਹੈ, ਸੋ ਉਸਨੂੰ ਪਤਾ ਲੱਗ ਗਿਆ ਕਿ ਕਰਮ ਵੀ ਮਰ ਗਿਆ ਹੈ। ਬੁੱਧਮਤੀ ਬੜੀ ਰੋਈ। ਮਹਿਲ ਦੀ ਝੂਠੀ ਸ਼ਾਨ ਕਾਇਮ ਰੱਖਣ ਲਈ ਉਸਨੇ ਦੋਵੇਂ ਭਰਾ ਗਵਾ ਲਏ ਸਨ। ਜੇ ਹੁਣ ਉਹ ਸਭ ਅਲੌਕਿਕ ਚੀਜ਼ਾਂ ਪ੍ਰਾਪਤ ਵੀ ਹੋ ਗਈਆਂ ਤਾਂ ਵੀ ਉਹ ਭਰਾਵਾਂ ਤੋਂ ਬਗੈਰ ਉਹਨਾਂ ਦਾ ਕੀ ਕਰੇਗੀ। ਕਾਫੀ ਦੇਰ ਤੱਕ ਬੁੱਧਮਤੀ ਉਦਾਸ ਬੈਠੀ ਝੂਰਦੀ ਰਹੀ। ਫਿਰ ਉਹ ਹੌਸਲਾ ਕਰਕੇ ਉੱਠ ਖਲੋਤੀ, ਜੇ ਮੇਰੇ ਦਿਲ ਵਿੱਚ ਭਰਾਵਾਂ ਵਾਸਤੇ ਸੱਚਾ ਪਿਆਰ ਹੋਇਆ ਤਾਂ ਮੈਂ ਉਹਨਾਂ ਦੋਹਾਂ ਨੂੰ ਅਗਲੇ ਲੋਕ ਵਿੱਚੋਂ ਵੀ ਵਾਪਸ ਲੈ ਆਵਾਂਗੀ। ਜੇ ਚਾਂਦੀ ਦਾ ਦਰਖਤ ਮਿਲ ਗਿਆ ਤਾਂ ਉਹਦਾ ਜਲ ਤਾਂ ਮੋਏ ਹੋਏ ਪ੍ਰਾਣੀਆਂ ਨੂੰ ਜਿੰਦਾ ਕਰ ਸਕਦਾ ਏ। ਇਉਂ ਸੋਚਦੀ ਬੁੱਧਮਤੀ ਉੱਥੋਂ ਤੁਰ ਪਈ। ਕਈ ਦਿਨਾਂ ਦੇ ਲੰਮੇ ਸਫ਼ਰ ਮਗਰੋਂ ਅਖੀਰ ਬੁੱਧਮਤੀ ਮਾਇਆ ਪਹਾੜ ਉੱਤੇ ਪੁੱਜੀ ਤਾਂ ਉੱਥੇ ਉਸਨੇ ਕਈ ਤਰ੍ਹਾਂ ਦੇ ਦਾਨਵਾਂ ਤੇ ਭੂਤਾਂ ਪ੍ਰੇਤਾਂ ਨੂੰ, ਵੱਡੇ ਵੱਡੇ ਸੱਪਾਂ, ਸ਼ੇਰਾਂ ਅਤੇ ਹੋਰ ਬਲਾਵਾਂ ਉੱਤੇ ਸਵਾਰ ਘੁੰਮਦੇ ਫਿਰਦੇ ਵੇਖਿਆ। ਬੁੱਧਮਤੀ ਦਾ ਮਨ ਦਹਿਲ ਗਿਆ, ਪਰ ਉਸਨੇ ਮਨ ਨੂੰ ਪੱਕਿਆਂ ਰੱਖਿਆ, ਜਿਸ ਕਰਕੇ ਕਿਸੇ ਵੀ ਪ੍ਰੇਤ ਨੇ ਉਸਨੂੰ ਕੁਝ ਨਾ ਕਿਹਾ। ਸਭ ਡਰਾਉਂਦੇ ਧਮਕਾਉਂਦੇ ਇੱਕ ਇੱਕ ਕਰਕੇ ਹਵਾ ਵਿੱਚ ਅਲੋਪ ਹੋ ਗਏ, ਪਰ ਉਹਨਾਂ ਦੀਆਂ ਡਰਾਉਣੀਆਂ ਆਵਾਜ਼ਾਂ ਫਿਰ ਵੀ ਉਸਨੂੰ ਸੁਣਾਈ ਦਿੰਦੀਆਂ ਰਹੀਆਂ। ਫਿਰ ਬੁੱਧਮਤੀ ਹੌਸਲਾ ਕਰਕੇ ਮਹਿਲ ਦੀਆਂ ਪੌੜੀਆਂ ਚੜ੍ਹਨ ਲੱਗੀ ਤਾਂ ਉਸਨੂੰ ਕਈ ਪਛਾਣੀਆਂ ਹੋਈਆਂ ਆਵਾਜ਼ਾਂ ਸੁਣਾਈ ਦਿੱਤੀਆਂ, ਪਰ ਬੁੱਧਮਤੀ ਸੰਭਲ ਗਈ। ਉਸਨੇ ਸੋਚਿਆ ਪਿੱਛੇ ਵੇਖਣ ਨਾਲ ਤਾਂ ਉਹ ਪੱਥਰ ਬਣ ਜਾਵੇਗੀ, ਸੋ ਉਸਨੇ ਆਪਣੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ, ਜਿਸ ਨਾਲ ਆਵਾਜ਼ਾਂ ਕੁਝ ਮੱਧਮ ਪੈ ਗਈਆਂ, ਪਰ ਤਾਂ ਵੀ ਉਸਦਾ ਮਨ ਪਰਤ ਕੇ ਵੇਖਣ ਲਈ ਤਾਂਘਦਾ। ਤਾਂ ਬੁੱਧਮਤੀ ਨੇ ਆਪਣੇ ਦੁਪੱਟੇ ਨਾਲ ਕੁਝ ਕੱਪੜਾ ਪਾੜ ਕੇ ਦੋਹਾਂ ਕੰਨਾਂ ਵਿੱਚ ਤੁੰਨ ਲਿਆ। ਹੁਣ ਉਸਨੂੰ ਕੋਈ ਆਵਾਜ਼ ਨਹੀਂ ਸੀ ਆ ਰਹੀ। ਪੌੜੀਆਂ ਚੜ੍ਹ ਕੇ ਉਹ ਇੱਕ ਵਿਸ਼ਾਲ ਦਲਾਨ ਵਿੱਚ ਪੁੱਜੀ, ਜਿੱਥੇ ਇੱਕ ਛੋਟੇ ਜਿਹੇ ਹੌਜ ਦੇ ਕੰਢੇ ਉਸਨੇ ਇੱਕ ਚਾਂਦੀ ਰੰਗਾ ਦਰਖਤ ਵੇਖਿਆ। ਉਸੇ ਦਰਖਤ ਨਾਲ ਇੱਕ ਸੋਨੇ ਦਾ ਪਿੰਜਰਾ ਲਟਕ ਰਿਹਾ ਸੀ, ਜਿਸ ਵਿੱਚ ਇੱਕ ਸੁਨਹਿਰੀ ਚਿੜੀ ਸੀ। ਚਿੜੀ ਨੇ ਬੁੱਧਮਤੀ ਨੂੰ ਵੇਖਦਿਆਂ ਸਰ ਬੜੀ ਮਧੁਰ ਧੁਨੀ ਵਿੱਚ ਚਹਿਕਣਾ ਸ਼ੁਰੂ ਕੀਤਾ। ਬੁੱਧਮਤੀ ਬੜੇ ਉਤਸ਼ਾਹ ਨਾਲ ਸੁਨਹਿਰੀ ਦਰਖਤ ਦੇ ਕੋਲ ਪੁੱਜੀ। ਉਸਨੇ 4 ਚੁਫੇਰੇ ਵੇਖਿਆ, ਉੱਥੇ ਕੋਈ ਨਹੀਂ ਸੀ। ਫਿਰ ਉਸ ਸੁਨਹਿਰੀ ਪਿੰਜਰੇ ਨੂੰ ਫੜਨ ਲਈ ਹੱਥ ਵਧਾਇਆ। ਫਜ਼ਾ ਵਿੱਚ ਆਵਾਜ਼ਾਂ ਗੂੰਜੀਆਂ, ਪਿੰਜਰਾ ਨਾ ਉਤਾਰ, ਖਬਰਦਾਰ, ਹੱਥ ਨਾ ਲਾਈ। ਪਰ ਬੁੱਧਮਤੀ ਨੇ ਹੌਸਲਾ ਕਰਕੇ ਦਰਖਤ ਨਾਲੋਂ ਪਿੰਜਰਾ ਉਤਾਰ ਲਿਆ ਤਾਂ ਸੁਨਹਿਰੀ ਚਿੜੀ ਚੀਚੀ ਕਰਦੀ ਹੋਈ ਕਹਿਣ ਲੱਗੀ, ਅੱਜ ਤੋਂ ਮੈਂ ਤੇਰੇ ਕਬਜ਼ੇ ਵਿੱਚ ਹਾਂ। ਤੇਰਾ ਭਲਾ ਇਸੇ ਗੱਲ ਵਿੱਚ ਹੈ ਕਿ ਤੂੰ ਉਸ ਨਿਗਾਰੇ ਉੱਤੇ ਚੋਟ ਮਾਰ।
ਡੰਕਾ ਮਾਰਨ ਮਗਰੋਂ ਇਸ ਸਾਰੇ ਮਹਿਲ ਉੱਤੇ ਤੇਰਾ ਰਾਜ ਹੋ ਜਾਵੇਗਾ। ਫਿਰ ਸਭ ਭੂਤ ਪ੍ਰੇਤ ਤੇ ਇਥੋਂ ਦੀਆਂ ਦੇਵੀ ਸ਼ਕਤੀਆਂ ਤੇਰੇ ਅਧੀਨ ਹੋ ਜਾਣਗੀਆਂ। ਬੁੱਧਮਤੀ ਦੌੜਦੀ ਹੋਈ ਗਈ ਤੇ ਉਸਨੇ ਨਿਗਾਰੇ ਉੱਤੇ ਚੋਟ ਮਾਰੀ। ਇਸ ਤੋਂ ਬਾਅਦ ਬੁੱਧਮਤੀ ਨੇ ਚਿੜੀ ਤੋਂ ਮੋਤੀਆਂ ਦੇ ਝਰਨੇ ਬਾਰੇ ਪੁੱਛਿਆ। ਚਿੜੀ ਨੇ ਦੱਸਿਆ ਕਿ ਝਰਨਾ ਮਹਿਲ ਦੇ ਦੂਜੇ ਪਾਸੇ ਵੱਲ ਹੈ। ਚਿੜੀ ਦਾ ਪਿੰਜਰਾ ਚੁੱਕੀ ਬੁੱਧਮਤੀ ਮਹਿਲ ਦੇ ਦੂਜੇ ਪਾਸੇ ਵੱਲ ਗਈ। ਰਾਹ ਵਿੱਚ ਕਾਫੀ ਸਾਰੇ ਪੱਥਰ ਸਨ ਜਿਨ੍ਹਾਂ ਦੀਆਂ ਸ਼ਕਲਾਂ ਮਨੁੱਖਾਂ ਵਰਗੀਆਂ ਸਨ, ਜਿਵੇਂ ਪੱਥਰ ਵਿੱਚੋਂ ਕਿਸੇ ਬੁੱਤ ਘਾੜੇ ਨੇ ਮਨੁੱਖੀ ਆਕਾਰ ਦੇ ਬੁੱਤ ਘੜੇ ਹੋਣ। ਇਹ ਕਾਦੇ ਬੁੱਤ ਨੇ? ਬੁੱਧਮਤੀ ਨੇ ਪੁੱਛਿਆ। ਇਹ ਉਹਨਾਂ ਬੰਦਿਆਂ ਦੇ ਨੇ ਜਿਹੜੇ ਇੱਥੇ ਆਏ ਪਰ ਕਿਸੇ ਖੁਨਾਮੀ ਕਾਰਨ ਆਪਣੀ ਆਸ਼ੇ ਵਿੱਚ ਸਫਲ ਨਹੀਂ ਸੀ ਹੋਏ ਅਤੇ ਮਿੱਟੀ ਹੋ ਕੇ ਪੱਥਰ ਬਣ ਗਏ। ਚਿੜੀ ਨੇ ਦੱਸਿਆ, ਇਹਨਾਂ ਵਿੱਚ ਸ਼ਾਇਦ ਮੇਰੇ ਦੋਵੇਂ ਭਰਾ ਵੀ ਹੋਣ। ਤਾਂ ਫਿਰ ਤੂੰ ਇਹਨਾਂ ਉੱਤੇ ਝਰਨੇ ਦਾ ਪਾਣੀ ਤਰੌਂਕ, ਇਹ ਸਭ ਮੁੜ ਜਿੰਦਾ ਹੋ ਜਾਣਗੇ, ਚਿੜੀ ਨੇ ਦੱਸਿਆ। ਫਿਰ ਬੁੱਧਮਤੀ ਨੇ ਝਰਨੇ ਵਿੱਚੋਂ ਪਾਣੀ ਲੈ ਕੇ ਉਹਨਾਂ ਪੱਥਰਾਂ ਉੱਤੇ ਤਰੌਂਕਿਆ। ਅਨੇਕਾਂ ਲੋਕ ਜੋ ਕਈ ਯੁੱਗਾਂ ਤੋਂ ਪੱਥਰ ਹੋਏ ਪਏ ਸਨ ਜਾਗ ਉੱਠੇ। ਧਰਮ ਤੇ ਕਰਮ ਵੀ ਅੱਖਾਂ ਮਲਦੇ ਇਉਂ ਉੱਠ ਖਲੋਤੇ ਜਿਵੇਂ ਗੂੜੀ ਨੀਂਦਰ ਵਿੱਚੋਂ ਜਾਗੇ ਹੋਣ। ਉਹ ਭੈਣ ਨੂੰ ਮਿਲ ਕੇ ਬੜੇ ਖੁਸ਼ ਹੋਏ ਅਤੇ ਉਹਦੀ ਸੂਝ, ਸਿਆਣਪ ਅਤੇ ਹਿੰਮਤ ਦੀ ਦਾਤ ਦੇਣ ਲੱਗੇ। ਬਾਕੀ ਲੋਕ ਵੀ ਜੋ ਜਿਉ ਪਏ ਸਨ ਬੁੱਧਮਤੀ ਦੇ ਚਰਨ ਛੂੰਹਦੇ ਹੋਏ ਆਪੋ ਆਪਣੇ ਘਰਾਂ ਨੂੰ ਤੁਰ ਪਏ। ਫਿਰ ਬੁੱਧਮਤੀ ਨੇ ਭਰਾਵਾਂ ਦੇ ਨਾਲ ਮਹਿਲ ਦੀ ਸੈਰ ਕੀਤੀ ਅਤੇ ਜੋ ਵੀ ਵਡਮੁੱਲੀਆਂ ਤੇ ਅਦਭੁਤ ਚੀਜ਼ਾਂ ਲੱਭੀਆਂ ਉਹ ਸਭ ਨਾਲ ਲੈ ਕੇ ਆਪਣੇ ਮਹਿਲ ਵਿੱਚ ਵਾਪਸ ਆ ਗਈ। ਉਹਨਾਂ ਨੇ ਅਦਭੁਤ ਚੀਜ਼ਾਂ ਦੀ ਮਦਦ ਨਾਲ ਆਪਣਾ ਸਾਰਾ ਮਹਿਲ ਸ਼ਿੰਗਾਰ ਲਿਆ। ਹੁਣ ਇਸ ਮਹਿਲ ਦਾ ਮੁਕਾਬਲਾ ਦੁਨੀਆ ਦਾ ਕੋਈ ਮਹਿਲ ਵੀ ਨਹੀਂ ਸੀ ਕਰ ਸਕਦਾ। ਸੋ ਇਸ ਮਹਿਲ ਦੀ ਚਰਚਾ ਆਲੇ ਦੁਆਲੇ ਫੈਲਣ ਲੱਗੀ। ਸੋਨੇ ਦੀ ਚਿੜੀ ਅਗਮ ਨਿਗਮ ਦੀਆਂ ਗੱਲਾਂ ਜਾਣਦੀ ਸੀ। ਉਸਨੇ ਇੱਕ ਦਿਨ ਬੁੱਧਮਤੀ ਨੂੰ ਕਿਹਾ, ਚੰਗੀ ਗੱਲ ਇਹੋ ਹੈ ਕਿ ਤੁਸੀਂ ਦੇਸ਼ ਦੇ ਰਾਜੇ ਨੂੰ ਖਾਣੇ ਤੇ ਸੱਦੋ। ਇਹ ਤਾਂ ਠੀਕ ਹੈ, ਪਰ ਰਾਜੇ ਦੇ ਖਾਣ ਵਾਸਤੇ ਵਧੀਆ ਖਾਣੇ ਕੌਣ ਬਣਾਵੇਗਾ? ਮੈਂ ਤਾਂ ਖਾਣੇ ਬਣਾਉਣੇ ਜਾਣਦੀ ਨਹੀਂ, ਬੁੱਧਮਤੀ ਨੇ ਕਿਹਾ। ਇਹ ਗੱਲ ਤੂੰ ਮੇਰੇ ਉੱਪਰ ਛੱਡ ਦੇ। ਚਾਂਦੀ ਦਾ ਦਰਖਤ ਹਰ ਤਰ੍ਹਾਂ ਦੇ ਖਾਣੇ ਸਾਨੂੰ ਦੇਵੇਗਾ। ਸੁਨਹਿਰੀ ਚਿੜੀ ਨੇ ਉਹਦਾ ਕੰਮ ਆਸਾਨ ਕਰ ਦਿੱਤਾ। ਧਰਮ ਤੇ ਕਰਮ ਦੋਵੇਂ ਭਰਾ ਗਏ ਅਤੇ ਰਾਜੇ ਨੂੰ ਖਾਣੇ ਦਾ ਸੱਦਾ ਦੇ ਆਏ। ਨਿਸ਼ਚਿਤ ਦਿਨ ਰਾਜਾ ਆਪਣੇ ਦਰਬਾਰੀਆਂ ਅਤੇ ਸਿਪਾਹੀਆਂ ਦੇ ਨਾਲ ਉੱਥੇ ਪੁੱਜਾ। ਮਹਿਲ ਦੀ ਸਜਾਵਟ, ਫੱਬਣ ਅਤੇ ਹਰੇਕ ਵਸਤੂ ਵੇਖ ਕੇ ਰਾਜਾ ਦੰਗ ਰਹਿ ਗਿਆ। ਇੱਥੇ ਹਰ ਚੀਜ਼ ਅਲੌਕਿਕ ਤੇ ਅਦਭੁਤ ਸੀ। ਰਾਜੇ ਨੇ ਮਹਿਲ ਦੀ ਬੜੀ ਪ੍ਰਸ਼ੰਸਾ ਕੀਤੀ। ਅਖੀਰ ਜਦੋਂ ਰਾਜਾ ਖਾਣੇ ਦੀ ਮੇਜ਼ ਉੱਪਰ ਬੈਠਾ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਸਭ ਖਾਣੇ ਹੀਰੇ ਮੋਤੀਆਂ ਦੇ ਬਣੇ ਹੋਏ ਸਨ। ਥਾਲਾਂ ਵਿੱਚ ਮੋਤੀਆਂ ਦੀ ਰੋਟੀ ਪਈ ਸੀ, ਕੋਈ ਸਬਜ਼ੀ ਹੀਰੇ ਦੀ ਸੀ, ਕੋਈ ਪੰਨੇ ਦੀ। ਇੱਕ ਭਾਂਡੇ ਵਿੱਚ ਖੀਰ ਸੀ ਜਿਸ ਵਿੱਚ ਸੁੱਚੇ ਮੋਤੀਆਂ ਤੇ ਹੀਰੇ ਪੰਨੇ ਸਨ। ਰਾਜੇ ਨੇ ਮੁਸਕਰਾਉਂਦੇ ਹੋਏ ਕਿਹਾ, ਇਹ ਸਭ ਚੀਜ਼ਾਂ ਬੇਸ਼ੱਕ ਕੀਮਤੀ ਨੇ ਪਰ ਖਾਣ ਦੇ ਲਾਇਕ ਨਹੀਂ। ਤੁਸੀਂ ਖਾਣ ਵਾਸਤੇ ਵੀ ਕੁਝ ਰੱਖੋ, ਇਹ ਤਾਂ ਵੇਖਣ ਦੀਆਂ ਚੀਜ਼ਾਂ ਨੇ। ਰਾਜੇ ਦੇ ਐਨ ਸਿਰ ਤੇ ਚਾਂਦੀ ਦੇ ਦਰਖਤ ਨਾਲ ਸੋਨ ਚਿੜੀ ਦਾ ਪਿੰਜਰਾ ਲਟਕਿਆ ਹੋਇਆ ਸੀ। ਉਹ ਚਹਿਕਦੀ ਹੋਈ ਬੋਲੀ, ਮਹਾਰਾਜ ਖਾਓ, ਇੱਥੇ ਕਿਹੜੀ ਚੀਜ਼ ਦੀ ਥੋੜ ਹੈ? ਕੀ ਹੀਰੇ ਜਵਾਹਰਾਤ ਖਾਣ ਦੀਆਂ ਚੀਜ਼ਾਂ ਨੇ? ਕਦੇ ਕਿਸੇ ਮੋਤੀਆਂ ਦੀ ਰੋਟੀ ਪਕਾ ਕੇ ਨਹੀਂ ਖਾਧੀ ਅਤੇ ਨਾ ਹੀ ਹੀਰੇ ਪੰਨੇ ਸਬਜ਼ੀ ਵਾਂਗ ਰਿੰਨ ਕੇ ਖਾਧੇ ਨੇ। ਇਹ ਜੱਗੋ ਬਾਰੀ ਗੱਲ ਕਿਉਂ? ਤੁਹਾਡੇ ਦੇਸ਼ ਵਿੱਚ ਜੱਗੋ ਬਾਰੀਆਂ ਗੱਲਾਂ ਹੋ ਰਹੀਆਂ ਨੇ, ਚਿੜੀ ਬੋਲੀ। ਕਿਵੇਂ? ਰਾਜੇ ਨੇ ਪੁੱਛਿਆ। ਜੇ ਤੀਵੀਂ ਕੁੱਤੇ, ਬਿੱਲੇ ਜਾਂ ਖਿਡੌਣੇ ਜੰਮ ਸਕਦੀ ਹੈ ਤਾਂ ਹੀਰੇ ਪੰਨੇ ਵੀ ਰਿੰਨ ਕੇ ਖਾਦੇ ਜਾ ਸਕਦੇ ਨੇ। ਚਿੜੀ ਨੇ ਰਮਜ਼ ਦੀ ਗੱਲ ਆਖੀ। ਪਰ ਇਹ ਤਿੰਨੋਂ ਚੀਜ਼ਾਂ ਮੇਰੀ ਹੀ ਰਾਣੀ ਨੇ ਜੰਮੀਆਂ ਨੇ। ਇਹ ਹੋ ਸਕਦਾ ਹੈ ਪਰ ਉਹ ਸਭ ਪਖੰਡ ਸੀ ਜੋ ਉਸ ਰਾਣੀ ਦੀਆਂ ਭੈਣਾਂ ਨੇ ਈਰਖਾ ਵਿੱਚ ਕੀਤਾ। ਉਦੋਂ ਵੀ ਤੁਹਾਡੇ ਘਰ ਲਾਲਾਂ ਵਰਗੇ ਬੱਚੇ ਜੰਮੇ ਸਨ। ਚਿੜੀ ਨੇ ਅਸਲੀ ਭੇਦ ਖੋਲ ਦਿੱਤਾ। ਹੈ, ਇਹ ਸੱਚ ਹੈ? ਉਹ ਬੱਚੇ ਹੁਣ ਕਿੱਥੇ ਨੇ? ਰਾਜੇ ਨੇ ਹੈਰਾਨ ਹੋ ਕੇ ਪੁੱਛਿਆ। ਇਹ ਮਹਿਲ ਤੁਹਾਡੇ ਹੀ ਬੱਚਿਆਂ ਦਾ ਏ। ਫਿਰ ਚਿੜੀ ਨੇ ਸਾਰੀ ਕਹਾਣੀ ਅਲਫ ਤੋਂ ਯੈ ਤੱਕ ਕਹਿ ਸੁਣਾਈ ਤੇ ਅਖੀਰ ਵਿੱਚ ਕਿਹਾ, ਹਜੇ ਵੀ ਕੁਝ ਨਹੀਂ ਵਿਗੜਿਆ। ਇਹਨਾਂ ਬੱਚਿਆਂ ਦੀ ਮਾਂ ਦਰਿਆ ਦੇ ਕੰਢੇ ਝੁੱਗੀ ਵਿੱਚ ਰਹਿੰਦੀ ਹੈ। ਉਸ ਨੂੰ ਵਾਪਸ ਲੈ ਆਓ। ਬੱਚੇ ਵੀ ਚਿੜੀ ਦੀਆਂ ਗੱਲਾਂ ਸੁਣ ਕੇ ਉਤਸ਼ਾਹ ਵਿੱਚ ਆ ਗਏ ਤੇ ਰਾਜੇ ਨੂੰ ਗਲਵੱਕੜੀ ਪਾ ਕੇ ਮਿਲੇ। ਰਾਜਾ ਉਸੇ ਵੇਲੇ ਜੰਗਲ ਵਿੱਚ ਗਿਆ। ਰਾਣੀ ਉੱਥੇ ਫਟੇ ਪੁਰਾਣੇ ਕੱਪੜੇ ਪਹਿਨੀ ਇੱਕ ਝੁੱਗੀ ਵਿੱਚ ਰਹਿ ਰਹੀ ਸੀ। ਉਸਦਾ ਪਿੰਡਾ ਕਾਲਾ ਪੈ ਗਿਆ ਸੀ ਅਤੇ ਜਿਸਮ ਲਿੱਸਾ। ਰਾਜੇ ਨੇ ਰਾਣੀ ਦੇ ਪੈਰਾਂ ਉੱਤੇ ਡਿੱਗ ਕੇ ਭੁੱਲ ਬਖਸ਼ਾਈ। ਰਾਣੀ ਨੂੰ ਉਹ ਸ਼ਾਨ ਸ਼ੌਕਤ ਨਾਲ ਘਰ ਲੈ ਆਇਆ। ਰਾਣੀ ਬੱਚਿਆਂ ਨੂੰ ਮਿਲ ਕੇ ਖੁਸ਼ੀ ਵਿੱਚ ਫੁੱਲੀ ਨਾ ਸਮਾਈ। ਫਿਰ ਰਾਜੇ ਨੇ ਕ੍ਰੋਧ ਵਿੱਚ ਆ ਕੇ ਛੋਟੀ ਰਾਣੀ ਦੀਆਂ ਦੋਹਾਂ ਭੈਣਾਂ ਨੂੰ ਜਿਉਂਦਾ ਹੀ ਧਰਤੀ ਵਿੱਚ ਦੱਬ ਦਿੱਤਾ। ਉਹਨਾਂ ਨੂੰ ਆਪਣੇ ਕੀਤੇ ਦਾ ਫਲ ਮਿਲ ਗਿਆ। ਧੰਨਵਾਦ।